बच्चों अज की इस BA फिफ्थ समैसटर की क्लास के स्वागत है वर्चुअल क्लास के। फ्राइडे और सैटरडे का लैक्चर मैं पहले रिकॉर्ड किया, किसी वजह टैक्नीकली कुछ प्रॉब्लम आ गई। मैं कल तुहानू पाना सीगा ते मैं पा नहीं सकिया, सो मैं लैक्चर दोबारा रिकॉर्ड करके तुहानू पाना। तो अज मैं तुहानू 2 लैक्चर्स जिहड़े है वो पाऊँगा। मैं हुण तुहाडे नाल एक जिहड़ी है PPT जिहड़ी है वो शेयर करन लग्या। ठीक है जी। ਹੁਣ ਅਸੀਂ ਲਾਸਟ ਲੈਕਚਰ ਦੇ ਵਿੱਚ ਤੁਲਾਤਮਕ ਸਰਕਾਰ ਅਤੇ ਤੁਲਾਤਮਕ ਰਾਜਨੀਤੀ ਦੇ ਦਾ ਜਿਹੜਾ ਅਰਥ ਹੈ ਉਹਦੇ ਉੱਤੇ ਜਿਹੜੀ ਹੈ ਚਰਚਾ ਕੀਤੀ ਸੀ। ਅੱਜ ਦੇ ਲੈਕਚਰ ਦੇ ਵਿੱਚ ਬੇਸਿਕਲੀ ਮੈਂ ਤੁਹਾਨੂੰ ਇਹਨਾਂ ਦੋਨਾਂ ਦਾ ਡਿਫਰੈਂਸ ਦੱਸੂਗਾ, ਇਹ ਦੋਨਾਂ ਦਾ ਕੀ ਡਿਫਰੈਂਸ ਹੈਗਾ ਹੈ, ਔਰ ਪਲੱਸ ਜਿਹੜਾ ਹੈਗਾ ਇਹਦੀਆਂ ਪਰਿਭਾਸ਼ਾਵਾਂ ਵੀ ਅਸੀਂ ਜਿਹੜੀਆਂ ਡਿਸਕਸ ਜਿਹੜੀਆਂ ਉਹ ਕਰਾਂਗੇ। ਸੋ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਜਿੱਦਾਂ ਦੱਸਿਆ ਸੀਗਾ कि 1950 तो पहला जो तुलात्मक अध्ययन सीगा उन्हें तुलात्मक सरकार कहा जाता सीगा, और 1950 तो बाद जिहड़ा नूं तुलात्मक राजनीति कहा जाता सी। दोनों दे विच जिहड़ा बेसिक अंतर ये सीगा कि दोनों दे विच जिहड़ी तुलात्मक सरकार सीगे उहदे विच रस्मी संस्थावां दा अध्ययन हुंदा सी, जिहड़ी तुलात्मक राजनीति है उहदे विच रस्मी ते गैर रस्मी संस्थावां दा अध्ययन जिहड़ा है राजनीतिक संस्थावां दा अध्ययन जिहड़ा है वो किया जाता है। ठीक है जी। तुहानू मैं भी दसिया सीगा कि 1950 ਦੇ ਵਿੱਚ व्यवहारिक क्रांति हुई अमरीका ਦੇ ਵਿੱਚ, ਜਿਹਦੇ ਤੋਂ ਉਤਸ਼ਾਹਿਤ ਹੋ ਕੇ यूरोप ਦੇ ਜਿਹੜੇ राजनीतिक विशेषज्ञ ਸੀਗੇ ਜਾਂ ਵਿਗਿਆਨਿਕ ਸੀਗੇ ਉਹਨਾਂ ਨੇ ਪ੍ਰਿੰਸਟਨ यूनिवर्सिटी शिकागो यूनिवर्सिटी ਦਾ ਰੁਖ ਕੀਤਾ, ਜਿੱਥੇ ਕੁਝ ਜਿਹੜੀਆਂ ਵਿੱਤੀ ਸੰਸਥਾਵਾਂ ਸੀਗੀਆਂ ਅਮਰੀਕਾ ਦੀਆਂ ਉਹਨਾਂ ਨੇ ਜਿਹੜਾ ਸੀਗਾ ਫਾਈਨੈਂਸ਼ੀਅਲ ਹੈਲਪ ਜਿਹੜੀ ਸੀਗੀ ਇਹਨਾਂ ਜਿਹੜੇ ਵਿਚਾਰਕ ਸੀਗੇ ਉਹਨਾਂ ਨੂੰ ਦਿੱਤੀ, जिस करके जिहड़े पोलिटिकल साइंस सीगी या तुलात्मक राजनीति सीगी उहदा जिहड़ा विषय वस्तु सीगा वो बदलिया, नवीं शब्दावली आई, नवे कंसैप्ट्स आए और अंतर विषय अध्ययन जिहड़ी अप्रोच सीगी वो इंट्रोड्यूस हुई। अते इसका जिहड़ा मुख उद्देश्य सीगा जिहड़ी तुलात्मक राजनीति है या सरकार तुलात्मक राजनीति है या तुलात्मक अध्ययन है उसनूं होर ज़्यादा विग्यानिक बनाना अते विग्यानिक ਜਿਹੜੇ ਸਿਧਾਂਤਾਂ ਵਿਗਿਆਨਿਕਤਾ ਦੇ ਆਧਾਰ ਉੱਤੇ ਸਿਧਾਂਤਾਂ ਨੂੰ ਜਿਹੜਾ ਸੀਗਾ ਪਰਿਭਾਸ਼ਿਤ ਕਰਨਾ ਇਹਦਾ ਇੱਕ ਮੁੱਖ ਉਦੇਸ਼ ਹੁੰਦਾ ਸੀ। ਸੋ ਹੁਣ ਅਸੀਂ ਕੁਝ ਜਿਹੜੀਆਂ ਇਹਦੀਆਂ ਪਰਿਭਾਸ਼ਾਵਾਂ ਹੈਗੀਆਂ ਉਹ ਜਿਹੜੀਆਂ ਡਿਸਕਸ ਕਰਾਂਗੇ। ਹੁਣ ਇੱਕ ਵਿਚਾਰਕ ਹੋਇਆ ਹੈ ਜੀਨ ਬਲੌਂਡਲ। ਹੁਣ ਜਿਹੜਾ ਜੀਨ ਬਲੌਂਡਲ ਹੈ ਉਹ ਕੀ ਕਹਿੰਦਾ ਹੈ, ਤੁਲਾਤਮਕ ਰਾਜਨੀਤੀ comparative politics can be defined in a preliminary fashion the study of patterns of national governments in the contemporary world। ਹੁਣ ਜਿਹੜਾ ਜੀਨ ਬਲੌਂਡਲ ਹੈ ਇਹ 1950 ਤੋਂ ਪਹਿਲਾਂ ਦਾ ਵਿਚਾਰਕ ਹੈ। ਸੋ ਇਹਨੇ ਜਿਹੜਾ ਹੈਗਾ ਤੁਲਾਤਮਕ ਸਰਕਾਰ ਦਾ ਜਿਹੜਾ ਹੈ ਸਮਰਥਨ ਕੀਤਾ ਹੈ ਜਾਂ ਤੁਲਾਤਮਕ। ਸੋ ਉਹ ਕੀ ਕਹਿੰਦਾ ਹੈ ਕਿ ਤੁਲਾਤਮਕ ਸਰਕਾਰ ਦੇ ਅੰਤਰਗਤ ਅਸੀਂ ਜਿਹੜੀਆਂ ਵੱਖ-ਵੱਖ ਰਾਸ਼ਟਰੀ ਸਰਕਾਰਾਂ ਹੈ ਉਹਨਾਂ ਦੇ ਨਮੂਨਿਆਂ ਦਾ ਜਿਹੜਾ ਹੈ ਅਸੀਂ ਅਧਿਐਨ ਕਰਦੇ, ਉਹਨਾਂ ਦੇ ਨਮੂਨਿਆਂ ਦਾ ਅਧਿਐਨ ਕਰਨੇ ਆ ਕਿਹਦੇ ਵਿੱਚ, ਇੱਕ ਆਧੁਨਿਕ ਵਿਸ਼ਵ ਦੇ ਵਿੱਚ। ਸੋ ਇਹਦੀ ਜਿਹੜੀ ਪਰਿਭਾਸ਼ਾ ਉਹਦਾ ਕਹਿਣ ਦਾ ਅਰਥ ਇਹ ਹੈ ਕਿ ਉਸ ਸਮੇਂ ਜਿਹੜੀ ਵਿਕਸਿਤ ਰਾਜਨੀਤਿਕ ਵਿਵਸਥਾਵਾਂ ਸੀਗੀਆਂ ਉਹਨਾਂ ਦੇ ਜਿਹੜੇ ਸੰਵਿਧਾਨ ਸੀਗੇ ਉਹਨਾਂ ਦਾ ਤੁਲਾਤਮਕ ਅਧਿਐਨ ਜਿਹੜਾ ਸੀਗਾ ਉਹ ਕੀਤਾ ਜਾਂਦਾ ਸੀ। ਫਿਰ ਇੱਕ ਹੋਰ ਵਿਚਾਰਕ ਹੋਇਆ ਹੈ एडवर्ड फ्रीमैन। ठीक है जी। एडवर्ड फ्रीमैन जिहड़ा हैगा वो की कहंदा हैगा, वो कहंदा बाय कंपैरेटिव गवर्नमेंट आई मीन द कंपैरेटिव स्टडी ऑफ पॉलिटिकल इंस्टीट्यूशंस एंड फॉर्म्स ऑफ गवर्नमेंट। उन्हें कहंदा कि तुलात्मक सरकार दे अंतर्गत असीं किहड़ियां चीज़ां दा अध्ययन करीदा, असीं उन्हां राजनीतिक संस्थावां दा अध्ययन करीदा है ਜਿਹੜੀਆਂ ਰਾਜਨੀਤਿਕ ਸੰਸਥਾਵਾਂ ਵਿਕਸਿਤ ਨੇ। ਠੀਕ ਹੈ ਜੀ। ਅਤੇ ਉਸ ਦੇ ਨਾਲ ਜਿਹੜੀਆਂ ਵੱਖ-ਵੱਖ ਕਿਸਮਾਂ ਦੀਆਂ ਸਰਕਾਰਾਂ ਉਹਨਾਂ ਦਾ ਅਧਿਐਨ ਜਿਹੜਾ ਹੈ ਤੁਲਾਤਮਕ ਸਰਕਾਰ ਦੇ ਵਿੱਚ ਜਿਹੜਾ ਹੈ ਉਹ ਕੀਤਾ ਜਾਂਦਾ। ਠੀਕ ਹੈ ਜੀ। ਸੋ ਸੰਖੇਪ ਵਿੱਚ ਅਗਰ ਅਸੀਂ ਗੱਲ ਕਰੀਏ ਉਹ ਕੀ ਕਹਿੰਦਾ ਹੈ, we can say that the study of comparative government will include the comparative study of different forms of government of different countries and different composition।
ठीक है। सो संखेप ਦੇ ਵਿੱਚ ਅਗਰ ਅਸੀਂ ਗੱਲ ਕਰੀਏ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜੀ ਤੁਲਾਤਮਕ ਸਰਕਾਰ ਦੇ ਅੰਤਰਗਤ ਉਹਨਾਂ ਵਿਸ਼ਵ ਦੇ ਸੰਵਿਧਾਨਾਂ ਦਾ ਅਧਿਐਨ ਕਰੀਦਾ ਸੀ ਜਿਹੜੇ ਵਿਸ਼ਵ ਦੇ ਸੰਵਿਧਾਨ ਜਿਹੜੇ ਸੀ ਵਿਕਸਿਤ ਸੀਗੇ ਬਹੁਤ ਜ਼ਿਆਦਾ ਜਿਹੜੇ ਸੀਗੇ ਉਹ ਜਿਹੜਾ ਸੀਗਾ ਵਿਕਸਿਤ ਸੀਗੇ ਔਰ ਏਸ਼ੀਆ ਤੇ ਅਫਰੀਕਾ ਦੇ ਜਿਹੜੇ ਦੇਸ਼ 1950 ਤੋਂ ਬਾਅਦ ਜਾਂ 1960 ਤੋਂ ਬਾਅਦ ਜਾਂ 1970 ਤੋਂ ਬਾਅਦ ਉਹਨਾਂ ਦੇ ਸੰਵਿਧਾਨਾਂ ਦਾ ਅਧਿਐਨ ਜਿਹੜਾ ਹੈ ਤੁਲਾਤਮਕ ਸਰਕਾਰ ਦੇ ਵਿੱਚ ਜਿਹੜਾ ਹੈ ਉਹ ਨਹੀਂ ਕੀਤਾ ਜਾਂਦਾ ਸੀ। ਦੂਸਰੀ ਗੱਲ ਸਿਰਫ ਜਿਹੜੀਆਂ ਰਸਮੀ ਸੰਸਥਾਵਾਂ ਸੀਗੀਆਂ ਉਹਨਾਂ ਦਾ ਅਧਿਐਨ ਜਿਹੜਾ ਸੀਗਾ ਉਹ ਤੁਲਾਤਮਕ ਸਰਕਾਰ ਦੇ ਵਿੱਚ ਜਿਹੜਾ ਹੈ ਉਹ ਕੀਤਾ ਜਾਂਦਾ ਸੀ। ਠੀਕ ਹੈ ਜੀ, ਸਮਝ ਗਏ ਗੱਲ। ਸੋ ਫਿਕਸ ਲਾਜ਼ ਜਿਹੜੇ ਸੀਗੇ ਉਹਨਾਂ ਦਾ ਅਧਿਐਨ ਹੁੰਦਾ ਸੀਗਾ। ਫਾਰਮਲ ਇੰਸਟੀਟਿਊਸ਼ਨ ਜਿੱਦਾਂ ਕਾਰਜਪਾਲਿਕਾ, ਵਿਧਾਨ ਪਾਲਿਕਾ ਤੇ ਨਿਆਂਪਾਲਿਕਾ ਇਹ ਜਿਹੜੀਆਂ ਸੀਗੀਆਂ ਇਹਨਾਂ ਦਾ ਅਧਿਐਨ ਜਿਹੜਾ ਸੀਗਾ ਉਹ ਕੀਤਾ ਜਾਂਦਾ ਸੀ। ਠੀਕ ਹੈ ਜੀ। ਹੁਣ ਜਦੋਂ ਅਸੀਂ ਤੁਲਾਤਮਕ ਸਰਕਾਰ ਦੀ ਗੱਲ ਕਰੀਦੀ ਹੈ, ਠੀਕ ਹੈ, ਕਿਹੜੇ ਕਿਹੜੇ ਵਿਚਾਰਕਾਂ ਨੇ ਜਿਹੜਾ ਸੀਗਾ ਤੁਲਾਤਮਕ ਸਰਕਾਰ ਦਾ ਜਿਹੜਾ ਵਿਊ ਪੁਆਇੰਟ ਸੀਗਾ ਜਾਂ ਜਿਹਨੂੰ ਆਪਾਂ ਟ੍ਰੈਡੀਸ਼ਨਲ ਕੰਪੈਰੀਟਿਵ ਮੈਥਡ ਕਹਿੰਦੇ ਹਾਂ ਉਹਦਾ ਅਧਿਐਨ ਕੀਤਾ, ਕਿਹੜੇ ਕਿਹੜੇ ਵਿਚਾਰਕਾਂ ਨੇ ਉਸਦਾ ਜਿਹੜਾ ਸੀਗਾ ਸਮਰਥਨ ਕੀਤਾ। ਐਰਿਸਟੋਟਲ ਤੁਹਾਨੂੰ ਪਤਾ ਹੈ ਇਹਨੂੰ ਰਾਜਨੀਤੀ ਸ਼ਾਸਤਰ ਦਾ ਜਿਹੜਾ ਹੈਗਾ ਪਿਤਾਮਾ ਜਿਹੜਾ ਹੈਗਾ ਮੰਨਿਆ ਜਾਂਦਾ ਔਰ ਇਸਨੇ ਇੱਕ ਪੁਸਤਕ ਲਿਖੀ ਜਿਸ ਦੇ ਵਿੱਚ ਯੂਨਾਨ ਵਿੱਚ ਪਾਏ ਜਾਣ ਵਾਲੇ ਜਿਹੜੇ ਯੂਨਾਨੀ ਨਗਰ ਰਾਜੇ ਸੀਗੇ ਉਹਨਾਂ ਦੇ 158 ਜਿਹੜੇ ਨਗਰ ਰਾਜੇ ਸੀਗੇ ਉਹਨਾਂ ਦਾ ਤੁਲਾਤਮਕ ਜਿਹੜਾ ਸੀਗਾ ਅਧਿਐਨ ਕਰਕੇ ਜਿਹੜਾ ਸੀ ਇੱਕ ਪੁਸਤਕ ਲਿਖੀ ਜਿਸ ਨੂੰ ਰਾਜਨੀਤੀ ਦੇ ਨਾਂ ਨਾਲ ਜਾਣਿਆ ਜਾਂਦਾ। ਸੋ ਐਰਿਸਟੋਟਲ ਨੂੰ ਅਸੀਂ ਤੁਲਾਤਮਕ ਰਾਜਨੀਤੀ ਜਾਂ ਤੁਲਾਤਮਕ ਅਧਿਐਨ ਦਾ ਪਿਤਾਮਾ ਵੀ ਮੰਨਦੇ ਹਾਂ ਕਿਉਂਕਿ ਉਹਨੇ ਪਹਿਲੀ ਵਾਰੀ ਉਸਨੇ ਹੀ ਜਿਹੜਾ ਹੈ ਤੁਲਾਤਮਕ ਵਿਧੀ ਨੂੰ ਜਿਹੜਾ ਸੀਗਾ ਇੰਟਰੋਡਿਊਸ ਕੀਤਾ ਸੀਗਾ ਪੂਰੇ ਵਿਸ਼ਵ ਦੇ ਵਿੱਚ। ਠੀਕ ਹੈ, ਕਿਹੜੇ ਕਿਹੜੇ ਵਿਚਾਰਕ ਸੀ ਜਿਨ੍ਹਾਂ ਨੇ ਸਮਰਥਨ ਕੀਤਾ? ਸਿਸਰੋ, ਉਸ ਤੋਂ ਬਾਅਦ ਸਿਸਰੋ, ਪੋਲੀਬੀਅਸ, ਮੈਕੈਵਲੀ, ਮੌਂਟੈਸਕਿਊ, ਡੀ ਟ੍ਰੈਕੋਵੈਲੀ, ਜੇਮਸ ਬ੍ਰਾਇਸ, ਜੇਮਸ ਮਿਲ, ਜੀ ਮੋਸਕਾ, ਵਾਲਟਰ ਬੈਗੋਟ, ਆਲਮੰਡ ਅਤੇ ਪਾਵਲ ਮੇਡ ਦ ਯੂਜ਼ ਆਫ ਕੰਪੈਰੀਟਿਵ ਮੈਥਡ। ਇਹਨਾਂ ਨੇ ਜਿਹੜਾ ਸੀ 1950 ਤੋਂ ਪਹਿਲਾਂ ਇਹਨਾਂ ਵਿਚਾਰਕਾਂ ਨੇ ਜਿਹੜਾ ਸੀਗਾ ਤੁਲਾਤਮਕ ਸਰਕਾਰ ਜਾਂ ਤੁਲਾਤਮਕ ਮੈਥਡ ਜਿਹੜਾ ਸੀ ਯੂਜ਼ ਕੀਤਾ ਸੀ। ਉਸ ਨੂੰ ਉਸ ਵੇਲੇ ਜਿਹੜਾ ਹੈ ਕੰਪੈਰੀਟਿਵ ਜਿਹੜਾ ਹੈ ਗਵਰਨਮੈਂਟ ਜਿਹੜਾ ਹੈ ਉਹ ਕਿਹਾ ਜਾਂਦਾ ਸੀ। ਹੁਣ ਅਗਰ 1950 ਤੋਂ ਬਾਅਦ ਗੱਲ ਕਰੀਏ ਤੇ 1950 ਤੋਂ ਬਾਅਦ ਦਾ ਜਿਹੜਾ ਤੁਲਾਤਮਕ ਅਧਿਐਨ ਹੈ ਉਹਨੂੰ ਅਸੀਂ ਕੰਪੈਰੀਟਿਵ ਜਿਹੜਾ ਹੈ ਪੋਲਿਟਿਕਸ ਕਹਿੰਦੇ ਹਾਂ। 20ਵੀਂ ਸਦੀ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਕ ਕ੍ਰਾਂਤੀ ਹੋਈ ਜਿਹਨੂੰ ਕਿ ਵਿਵਹਾਰਵਾਦ ਦੇ ਨਾਂ ਨਾਲ ਰਾਜਨੀਤੀ ਦੇ ਵਿੱਚ ਜਾਣਿਆ ਜਾਂਦਾ। 20th ਸੈਂਚੁਰੀ ਦੇ ਵਿੱਚ ਹੋਈ। ਦੋ ਵਿਚਾਰਕ ਹੋਏ ਹੈ ਰਾਜਨੀਤੀ ਸ਼ਾਸਤਰ ਦੇ ਵਿੱਚ। ਠੀਕ ਹੈ ਜੀ, ਇੱਕ ਸੀਗਾ ਗ੍ਰਾਹਮ ਬੈਲਸ ਔਰ ਇੱਕ ਸੀਗਾ ਆਰਥਰ ਬੈਂਟਲੇ। ਜਿਹੜਾ ਗ੍ਰਾਹਮ ਬੈਲਸ ਸੀਗਾ ਉਸਨੇ ਇੱਕ ਪੁਸਤਕ ਲਿਖੀ 20ਵੀਂ ਸ਼ਤਾਬਦੀ ਦੇ ਵਿੱਚ ਜਿਹਦਾ ਨਾਮ ਸੀਗਾ ਹਿਊਮਨ ਨੇਚਰ ਇਨ ਪੋਲਿਟਿਕਸ ਔਰ ਦੂਸਰਾ ਜਿਹੜਾ ਵਿਚਾਰਕ ਸੀਗਾ ਆਰਥਰ ਬੈਂਟਲੇ ਉਹਨੇ ਇੱਕ ਪੁਸਤਕ ਲਿਖੀ ਜਿਸ ਦਾ ਨਾਮ ਸੀ ਦੀ ਪ੍ਰੋਸੈਸ ਆਫ ਗਵਰਨਮੈਂਟ। ਠੀਕ ਹੈ ਜੀ, ਇਹ ਦੋਨੋਂ ਜਿਹੜੀਆਂ ਪੁਸਤਕਾਂ ਸੀਗੀਆਂ ਇਹ ਕਿਹੜੇ ਸਾਲ 'ਚ ਪਬਲਿਸ਼ ਹੋਈਆਂ? 1908 ਦੇ ਵਿੱਚ। ਪਹਿਲਾਂ ਸ਼ੁਰੂ ਦੇ ਵਿੱਚ ਅਗਰ ਅਸੀਂ ਰਾਜਨੀਤੀ ਸ਼ਾਸਤਰ ਦੀ ਗੱਲ ਕਰੀਏ ਜਾਂ ਕੰਪੈਰੀਟਿਵ ਮੈਥਡ ਦੀ ਗੱਲ ਕਰੀਏ ਤੇ ਉਹਦੇ ਵਿੱਚ ਅਸੀਂ ਜਿਹੜਾ ਵਿਅਕਤੀ ਦਾ ਵਿਵਹਾਰ ਹੈ ਉਹਦਾ ਅਧਿਐਨ ਅਸੀਂ ਨਹੀਂ ਕਰਦੇ ਸੀ। ਵਿਅਕਤੀ ਦੇ ਵਿਵਹਾਰ ਦਾ ਅਧਿਐਨ ਜਿਹੜਾ ਹੈ ਨਹੀਂ ਕੀਤਾ ਜਾਂਦਾ ਸੀ। ਸੋ ਗ੍ਰੈਹਮ ਬੈਲਸ ਦੀ ਜਿਹੜੀ ਪੁਸਤਕ ਸੀਗੀ ਇਸ ਦਿਸ਼ਾ ਦੇ ਵਿੱਚ ਇੱਕ ਅਹਿਮ ਕਦਮ ਸੀ ਜਿਸਨੇ ਜਿਹੜਾ ਸੀ ਰਾਜਨੀਤੀ ਸ਼ਾਸਤਰ ਜਾਂ ਤੁਲਾਤਮਕ ਵਿਧੀ ਦੇ ਵਿੱਚ ਵਿਅਕਤੀ ਦੇ ਵਿਵਹਾਰ ਉੱਤੇ ਅਸੀਂ ਜਿਹੜਾ ਸੀਗਾ ਜ਼ੋਰ ਦੇਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਇੱਕ ਅਮਰੀਕਨ ਪੋਲੀਟੀਕਲ ਸਾਇੰਟਿਸਟ ਹੋਇਆ ਆਰਥਰ ਬੈਂਟਲੇ, ਉਹਨੇ ਕਿਤਾਬ ਲਿਖੀ ਦੀ ਪ੍ਰੋਸੈਸ ਆਫ ਗਵਰਨਮੈਂਟ। ਸੋ ਇਹਨਾਂ ਦੋਨਾਂ ਪੁਸਤਕਾਂ ਨੇ ਤੇ ਜਿਹੜੇ ਵਿਚਾਰਕ ਸੀ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਜਿਹੜਾ ਹੈ ਰਸਮੀ ਸੰਸਥਾਵਾਂ ਦੇ ਨਾਲ ਨਾਲ ਗੈਰ ਰਸਮੀ ਸੰਸਥਾਵਾਂ ਦਾ ਅਧਿਐਨ ਵੀ ਜਿਹੜਾ ਹੈਗਾ ਉਹ ਕਰਨਾ ਚਾਹੀਦਾ ਹੈ। ਸੋ 1950 ਆਉਂਦਿਆਂ ਜਿਹੜਾ ਸੀਗਾ ਹਰ ਵਿਸ਼ੇ ਦੇ ਵਿੱਚ ਜਿਹੜੇ ਸੋਸ਼ਲ ਸਾਇੰਸਿਸ ਦੇ ਵਿਸ਼ੇ ਸੀਗੇ ਉਹਦੇ ਵਿੱਚ ਜਿਹੜਾ ਸੀਗਾ ਬਦਲਾਵ ਆਉਣਾ ਸ਼ੁਰੂ ਹੋਇਆ। ਸੋ ਸੁਭਾਵਿਕ ਸੀਗਾ ਕਿ ਰਾਜਨੀਤੀ ਸ਼ਾਸਤਰ ਦੇ ਵਿੱਚ ਵੀ ਜਿਹੜਾ ਹੈ ਇਹ ਬਦਲਾਵ ਜਿਹੜਾ ਸੀਗਾ ਉਹ ਆਉਣਾ ਸੀਗਾ। ਸੋ ਰਾਜਨੀਤੀ ਸ਼ਾਸਤਰ
ਇੱਕ ਅੰਤਰ ਵਿਸ਼ੇ ਅਧਿਐਨ ਉੱਤੇ ਜ਼ੋਰ ਦੇਣਾ ਸ਼ੁਰੂ ਕੀਤਾ। ਕੰਪੈਰੇਟਿਵ ਮੈਥਡ ਦੇ ਵਿੱਚ ਵੀ ਨਵੀਆਂ ਜਿਹੜੀਆਂ ਸੀਗੀਆਂ ਟੈਕਨੀਕਸ ਆਈਆਂ। ਅਸੀਂ ਜਿਹੜਾ ਸੀਗਾ ਵੈਲਿਊਜ਼ ਦੀ ਜਗ੍ਹਾ ਫੈਕਟਸ ਨੂੰ ਜਿਹੜਾ ਸੀ ਫੈਕਟਸ ਉੱਤੇ ਜ਼ੋਰ ਦੇਣਾ ਸ਼ੁਰੂ ਕੀਤਾ। ਅਸੀਂ ਜਿਹੜਾ ਵੀ ਡਾਟਾ ਸਾਡੇ ਕੋਲ ਮੌਜੂਦ ਸੀਗੇ ਉਹਦੀ ਕਲਾਸੀਫਿਕੇਸ਼ਨ ਅਸੀਂ ਜਿਹੜਾ ਹੈ ਕਰਨੀ ਸ਼ੁਰੂ ਕੀਤੀ, ਵਰਗੀਕਰਨ ਕੀਤਾ ਉਹਦਾ। ਫਿਰ ਇਕਾਈਆਂ ਦੀ ਅਸੀਂ ਚੋਣ ਕੀਤੀ, ਕਿਹੜੀਆਂ ਇਕਾਈਆਂ ਨੂੰ ਅਸੀਂ ਕੰਪੇਅਰ ਕਰ ਸਕਦੇ ਹਾਂ, ਉਸ ਗੱਲ ਨੂੰ ਜਿਹੜਾ ਸੀਗਾ ਸੁਨਿਸ਼ਚਿਤ ਕੀਤਾ। ਚਲੋ ਹਰ ਇਕਾਈ ਨੂੰ ਆਪਸ ਦੇ ਵਿੱਚ ਕੰਪੇਅਰ ਨਹੀਂ ਕੀਤਾ ਜਾ ਸਕਦਾ ਜਾਂ ਉਹਦੀ ਜਿਹੜੀ ਹੈ ਤੁਲਨਾ ਨਹੀਂ ਕੀਤੀ ਜਾ ਸਕਦੀ। ਸੋ 1950 ਅਤੇ 60 ਦੇ ਦਸ਼ਕ ਦੇ ਵਿੱਚ ਜਿਹੜਾ ਸੀਗਾ ਇੱਕ ਨਵਾਂ ਸਵਰੂਪ ਰਾਜਨੀਤੀ ਸ਼ਾਸਤਰ ਦਾ ਅਤੇ ਤੁਲਨਾਤਮਕ ਵਿਧੀ ਦਾ ਸਾਡੇ ਜਿਹੜਾ ਹੈ ਸਾਹਮਣੇ ਆਇਆ, ਔਰ ਉਸ ਸਮੇਂ ਉਸ ਨੂੰ ਅਸੀਂ ਤੁਲਨਾਤਮਕ ਜਿਹੜਾ ਹੈ ਰਾਜਨੀਤੀ ਕਹਿੰਦੇ ਹਾਂ। ਡੇਵਿਡ ਈਸਟਨ, ਆਲਮੰਡ ਤੇ ਪਾਵਲ, ਜੇਮਸ ਸੀ ਕੋਲਮਨ, ਕਾਰਲ ਰੌਸ਼ ਔਰ ਲਾਰਡ ਲਾਸਵੈਲ, ਰਾਬਰਟ ਡਹਲ, ਐਡਵਰਡ ਸ਼ਿਲਜ਼, ਹੈਰੀ ਅਰਿਕਸਟਨ, ਡੇਵਿਡ ਐਪਟਰ, ਲੂਸਨ ਪਾਈ ਤੇ ਸਿਡਨੀ ਵਰਬਾ ਅਤੇ ਮਾਈਨਰ ਵਿਲਰ, ਇਹ ਕੁਝ ਵਿਚਾਰਕ ਸੀਗੇ ਜਿਨ੍ਹਾਂ ਨੇ ਜਿਹੜਾ ਸੀਗਾ ਤੁਲਨਾਤਮਕ ਜਿਹੜੀ ਰਾਜਨੀਤੀ ਸੀਗੀ ਉਹ ਵਿਊ ਪੁਆਇੰਟ ਦਾ ਜਿਹੜਾ ਸੀਗਾ ਇਹਨਾਂ ਨੇ ਸਮਰਥਨ ਕੀਤਾ। ਸੋ ਇਹਨਾਂ ਵਿਚਾਰਕਾਂ ਨੇ ਕੀ ਕਿਹਾ? ਇਹਨਾਂ ਵਿਚਾਰਕਾਂ ਨੇ ਇਹ ਕਿਹਾ ਕਿ ਸਾਨੂੰ ਰਾਜਨੀਤੀ ਦੇ ਵਿੱਚ ਪੁਰਾਣੀ ਵਿਧੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਪੁਰਾਣੇ ਮੈਥਡ ਅਸੀਂ ਛੱਡਣੇ ਨਹੀਂ ਹੈ, ਟ੍ਰੈਡੀਸ਼ਨਲ ਮੈਥਡ ਅਸੀਂ ਛੱਡਣੇ ਨਹੀਂ ਹੈ, ਪਰ ਸਾਨੂੰ ਓਵਰ ਇੰਫੋਸਾਈਜ਼ ਜਿਹੜਾ ਹੈ ਉਹ ਟ੍ਰੈਡੀਸ਼ਨਲ ਮੈਥਡਸ ਉੱਤੇ ਨਹੀਂ ਕਰਨਾ ਚਾਹੀਦਾ। ਮਤਲਬ ਸਾਨੂੰ ਜ਼ਿਆਦਾ ਜ਼ੋਰ ਜਿਹੜਾ ਹੈ ਜਿਹੜੇ ਪਰੰਪਰਾਵਾਦੀ ਟੈਕਨੀਕਸ ਹੈਗੀਆਂ ਉਹਨਾਂ ਉੱਤੇ ਨਹੀਂ ਕਰਨਾ ਚਾਹੀਦਾ। ਸਾਨੂੰ ਰਸਮੀ ਢਾਂਚੇ ਪੜ੍ਹਨੇ ਚਾਹੀਦੇ ਆ। ਰਸਮੀ ਢਾਂਚਿਆਂ ਤੋਂ ਬਾਅਦ ਪੜ੍ਹਨ ਤੋਂ ਰਸਮੀ ਢਾਂਚਿਆਂ ਨੂੰ ਠੀਕ ਤਰ੍ਹਾਂ ਦੇ ਨਾਲ ਪੜ੍ਹਨ ਤੋਂ ਬਿਨਾਂ ਅਸੀਂ ਜਿਹੜਾ ਹੈਗਾ ਰਾਜਨੀਤੀ ਜਾਂ ਤੁਲਨਾਤਮਕ ਵਿਧੀ ਨੂੰ ਨਹੀਂ ਸਮਝ ਸਕਦੇ। ਸੋ ਟ੍ਰੈਡੀਸ਼ਨਲ ਮੈਥਡ ਦੀ ਇਹਨਾਂ ਵਿਚਾਰਕਾਂ ਨੇ ਕਿਹਾ ਆਪਣੀ ਜਿਹੜੀ ਹੈ ਇੰਪੋਰਟੈਂਸ ਹੈ, ਔਰ ਜਿਹੜੀਆਂ ਨਵੀਆਂ ਵਿਧੀਆਂ ਹੈ ਉਹਦੀ ਜਿਹੜੀ ਹੈਗੀ ਹੈ ਆਪਣੀ ਜਿਹੜੀ ਹੈ ਇੰਪੋਰਟੈਂਸ ਹੈਗੀ ਹੈ। ਸੋ ਇਹਨਾਂ ਦੋਨਾਂ ਜਿਹੜੀਆਂ ਵਿਧੀਆਂ ਦੀ ਇੰਪੋਰਟੈਂਸ ਹੈ ਆਪਣੀ ਆਪਣੀ ਜਗ੍ਹਾ ਹੈ। ਸੋ ਅਸੀਂ ਇਹਨਾਂ ਦੋਨਾਂ ਵਿਧੀਆਂ ਦੇ ਮੇਲ ਕਰਕੇ ਉਹਦਾ ਜਿਹੜਾ ਸੀਗਾ ਸੁਮੇਲ ਕਰਕੇ ਜਿਹੜਾ ਸਾਨੂੰ ਇਸ ਦਾ ਅਧਿਐਨ ਕਰਨਾ ਚਾਹੀਦਾ। ਸੋ ਇਹਨਾਂ ਨੇ ਕਿਹਾ ਕਿ ਫਾਰਮਲ ਇੰਸਟੀਟਿਊਸ਼ਨਸ ਐਜ਼ ਵੈਲ ਐਜ਼ ਜਿਹੜੀਆਂ ਨਾਨ ਫਾਰਮਲ ਇੰਸਟੀਟਿਊਸ਼ਨਸ ਸੀਗੀਆਂ ਉਹਦਾ ਅਧਿਐਨ ਸਾਨੂੰ ਜਿਹੜਾ ਹੈਗਾ ਕਰਨਾ ਚਾਹੀਦਾ। ਠੀਕ ਹੈ ਜੀ। ਹੁਣ ਮੈਂ 3 ਦਿਨਾਂ ਦਾ ਤੁਹਾਨੂੰ ਲੈਕਚਰ ਇਕੱਠਾ ਹੀ ਅੱਜ ਜਿਹੜਾ ਹੈ ਪਾ ਦੇਣਾ ਹੈਗਾ, ਕਿਉਂਕਿ ਕੱਲ ਮੈਂ ਰਿਕਾਰਡ ਕੀਤਾ ਸੀ ਘਰ ਤੇ ਕੁਝ ਕਿਸੇ ਵਜ੍ਹਾ ਨਾਲ ਮਤਲਬ ਉਹ ਰਿਕਾਰਡ ਨਹੀਂ ਹੋ ਸਕਿਆ। ਸੋ ਮੈਂ ਜਿਹੜਾ ਲੈਕਚਰ ਹੈਗਾ ਤੁਹਾਨੂੰ ਅੱਜ ਇਕੱਠਾ ਹੀ ਜਿਹੜਾ ਹੈ ਪਾ ਦੇਣਾ ਹੈਗਾ। ਠੀਕ ਹੈ ਜੀ। ਹੁਣ ਅਸੀਂ ਇਹਦੀਆਂ ਕੁਝ ਪਰਿਭਾਸ਼ਾਵਾਂ ਜਿਹੜੀਆਂ ਤੁਲਨਾਤਮਕ ਸਰਕਾਰ ਦੀਆਂ ਅਸੀਂ ਪਰਿਭਾਸ਼ਾਵਾਂ ਪਹਿਲੇ ਡਿਸਕਸ ਕਰ ਲਈਆਂ। ਹੁਣ ਅਸੀਂ ਤੁਲਨਾਤਮਕ ਰਾਜਨੀਤੀ ਦੀਆਂ ਜਿਹੜੀਆਂ ਪਰਿਭਾਸ਼ਾਵਾਂ ਡਿਸਕਸ ਕਰਾਂਗੇ। ਠੀਕ ਹੈ। ਹੁਣ ਜਦੋਂ ਅਸੀਂ ਤੁਲਨਾਤਮਕ ਸਰਕਾਰ ਦੀ ਗੱਲ ਕਰਦੇ ਹਾਂ ਜਾਂ ਤੁਲਨਾਤਮਕ ਰਾਜਨੀਤੀ ਦੀ ਗੱਲ ਕਰਦੇ ਹਾਂ, ਇਹਨਾਂ ਵਿੱਚ ਜਿਹੜਾ ਹੈ ਬੇਸਿਕ ਅੰਤਰ ਦੋਨਾਂ ਦੇ ਵਿੱਚ ਕੁਝ ਬੇਸਿਕ ਅੰਤਰ ਪਾਏ ਜਾਂਦੇ ਆ। ਠੀਕ ਹੈ ਜੀ। ਹੁਣ ਐਡਵਰਡ ਫਰੀਮੈਨ ਹੋਇਆ, ਉਹਨਾਂ ਨੇ ਤੁਲਨਾਤਮਕ ਸਰਕਾਰ ਰਾਜਨੀਤੀ ਦੀ ਪਰਿਭਾਸ਼ਾ ਦਿੱਤੀ। ਉਹ ਕਹਿੰਦਾ includes only comparative study of various forms of government, diverse political institutions in scope of comparative politics, whereas the scope of comparative politics is far wider. ਹੁਣ ਜਿਹੜਾ ਫਰੀਮੈਨ ਸੀਗਾ ਉਹਨੇ ਤੁਲਨਾਤਮਕ ਸਰਕਾਰ ਦੀ ਪਰਿਭਾਸ਼ਾ ਵੀ ਦਿੱਤੀ। ਸੋ ਉਹ ਕੀ ਕਹਿੰਦਾ ਹੈ ਕਿ ਜਿਹੜੀ ਤੁਲਨਾਤਮਕ ਸਰਕਾਰ ਹੈ ਨਾਲੋਂ ਤੁਲਨਾਤਮਕ ਰਾਜਨੀਤੀ ਦਾ ਜਿਹੜਾ ਵਿਸ਼ੇ ਵਸਤੂ ਹੈ ਜ਼ਿਆਦਾ ਜਿਹੜਾ ਹੈ ਵਾਈਡ ਹੈ, ਕਿਉਂਕਿ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਡਿਵਰਸ ਪੋਲੀਟੀਕਲ ਸਿਸਟਮਸ ਦਾ ਮਤਲਬ ਅਧਿਐਨ ਕਰਦੇ ਹਾਂ। ਮਤਲਬ ਅਸੀਂ ਵਿਕਸਿਤ ਸੰਵਿਧਾਨਾਂ ਦਾ ਅਧਿਐਨ ਵੀ ਕਰਦੇ ਹਾਂ, ਅਵਿਕਸਿਤ ਸੰਵਿਧਾਨਾਂ ਦਾ ਅਧਿਐਨ ਵੀ ਕਰਦੇ ਹਾਂ। ਅਸੀਂ ਉਹਨਾਂ ਕੰਟਰੀਜ਼ ਦੇ ਕਨਸਟੀਟਿਊਸ਼ਨ ਵੀ ਪੜ੍ਹਦੇ ਹਾਂ ਜਿਹੜੇ ਕਿ 1950 ਤੋਂ ਬਾਅਦ ਹੋਏ। ਅਸੀਂ ਫਾਰਮਲ ਸਟੱਡੀ ਵੀ ਕਰਦੇ ਹਾਂ, ਅਸੀਂ ਇਨਫਾਰਮਲ ਸਟੱਡੀ ਵੀ ਕਰਦੇ ਹਾਂ ਰਾਜਨੀਤਿਕ ਸੰਸਥਾਵਾਂ ਦੀ। ਠੀਕ ਹੈ। ਇਸ ਕਰਕੇ ਦੋਨਾਂ ਦੇ ਵਿਸ਼ੇ ਵਸਤੂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਦੇਖਣ ਨੂੰ ਜਿਹੜਾ ਮਿਲਦਾ। ਠੀਕ ਹੈ। ਉਸ ਤੋਂ ਬਾਅਦ ਇੱਕ ਹੋਰ ਵਿਚਾਰਕ ਹੋਇਆ ਰੈਫਲ ਬਾਰਬੈਂਟੀ। Comparative politics is identification of interpretation of factors in whole social order which appear to affect whatever political functions and their institutions and manifestations which have been identified listed for comparison. So ਉਹ ਕਹਿੰਦਾ ਇਹਦੇ ਵਿੱਚ ਸਾਰੀਆਂ ਉਹਨਾਂ ਚੀਜ਼ਾਂ ਦੀ ਤੁਲਨਾ ਕੀਤੀ ਜਾਂਦੀ ਹੈ ਜਾਂ ਤੁਲਨਾਤਮਕ ਅਧਿਐਨ ਕੀਤਾ ਜਾਂਦਾ ਹੈ
ਜਿਨ੍ਹਾਂ ਦਾ ਸੰਬੰਧ ਰਾਜਨੀਤਿਕ ਸੰਸਥਾਵਾਂ ਦੇ ਨਾਲ ਹੈ, ਰਾਜਨੀਤਿਕ ਜਿਹੜੇ ਸਟਰਕਚਰਸ ਪੋਲੀਟੀਕਲ ਸਟਰਕਚਰਸ ਦੇ ਨਾਲ ਹੈ, ਤੇ ਫਿਰ ਵੈਲਿਊਜ਼ ਮਤਲਬ ਫੈਕਚੁਅਲ ਸਟੱਡੀ ਵੀ ਹੁੰਦੀ ਹੈ, ਵੈਲਿਊ ਬੇਸਡ ਸਟੱਡੀ। ਸੋ ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਤੁਲਾਤਮਕ ਸਰਕਾਰ ਦੇ ਵਿੱਚ ਜਦੋਂ ਵਿਵਹਾਰਿਕ ਕ੍ਰਾਂਤੀ ਹੋਈ ਉਸ ਤੋਂ ਬਾਅਦ ਕਾਫੀ ਜਿਹੜਾ ਸੀਗਾ ਵਿਸ਼ੇ ਵਸਤੂ ਦੇ ਵਿੱਚ ਜਿਹੜਾ ਸੀਗਾ ਪਰਿਵਰਤਨ ਆਇਆ, ਜਿਸ ਦੇ ਨਾਲ ਜਿਹੜੀ ਇਹਦੀ ਸਟੱਡੀ ਸੀਗੀ ਵਾਈਡਰ ਹੋਈ। ਠੀਕ ਹੈ ਜੀ। ਹੁਣ ਅਗਰ ਦੋਨਾਂ ਦੇ ਵਿੱਚ ਅਸੀਂ ਦੋਨਾਂ ਵਿਵਸਥਾਵਾਂ ਦੇ ਵਿੱਚ ਅੰਤਰ ਦੀ ਗੱਲ ਕਰੀਏ, ਠੀਕ ਹੈ ਜੀ, ਇੱਕ ਤਾਂ ਵਿਸ਼ੇ ਵਸਤੂ ਨੂੰ ਲੈ ਕੇ ਅੰਤਰ ਹੈ, ਤੁਲਾਤਮਕ ਸਰਕਾਰ ਅਤੇ ਤੁਲਾਤਮਕ ਰਾਜਨੀਤੀ ਦੇ ਵਿੱਚ ਵਿਸ਼ੇ ਵਸਤੂ ਨੂੰ ਲੈ ਕੇ ਅੰਤਰ। ਇੱਕ ਫਿਰ ਕਾਰਜ ਸਾਧਕੀ ਜਿਹੜੇ ਕੰਮ ਹੈ ਉਹਨਾਂ ਨੂੰ ਲੈ ਕੇ ਅੰਤਰ। ਠੀਕ ਹੈ। ਇੱਕ ਜਿਹੜਾ ਉਹਦਾ ਵਿਸ਼ੇ ਵਸਤੂ ਹੈ ਜ਼ਿਆਦਾ ਜਿਹੜਾ ਵਾਈਡ ਹੈ ਉਹਨੂੰ ਲੈ ਕੇ ਅੰਤਰ। ਫਿਰ ਦੋਨਾਂ ਦੀ ਉਪਯੋਗਿਤਾ ਨੂੰ ਲੈ ਕੇ ਅੰਤਰ ਹੈ। ਠੀਕ ਹੈ। ਫਿਰ ਦੋਨਾਂ ਦਾ ਜਿਹੜਾ ਸਮੱਗਰੀ ਹੈ, ਪੜ੍ਹਨ ਦੀ ਜਿਹੜੀ ਸਮੱਗਰੀ ਹੈ ਉਹਦੇ ਵਿੱਚ ਅੰਤਰ ਹੈ। ਫਿਰ ਡਿਫਰੈਂਸ ਰਿਗਾਰਡਿੰਗ ਦੇ ਪਰਪਸ ਹੈ। ਸੋ ਇਹਦੇ ਨਾਲ ਤੁਹਾਡਾ ਜਿਹੜਾ ਇਹ ਪੋਰਸ਼ਨ ਹੈ ਚੈਪਟਰ ਦਾ ਖਤਮ ਹੁੰਦਾ ਹੈ। ਇਹਨਾਂ ਦੋਨਾਂ ਦਾ ਅਸੀਂ ਵਿਸ਼ੇ ਵਸਤੂ ਡਿਸਕਸ ਕਰਕੇ ਸਾਡਾ ਇਹ ਚੈਪਟਰ ਜਿਹੜਾ ਹੈ ਖਤਮ ਹੋ ਜਾਊਗਾ। ਉਹ ਆਪਾਂ ਕੱਲ ਦੇ ਲੈਕਚਰ 'ਚ ਡਿਸਕਸ ਕਰਾਂਗੇ। ਥੈਂਕ ਯੂ ਫॉर ਅਟੈਂਡਿੰਗ ਮਾਈ ਕਲਾਸਿਸ। ਥੈਂਕ ਯੂ ਵੈਰੀ ਮਚ। ਠੀਕ ਹੈ। ਮੈਂ ਅੱਜ ਦਾ ਲੈਕਚਰ ਆਪਣਾ ਇੱਥੇ ਹੀ ਜਿਹੜਾ ਹੈ ਉਹਨੂੰ ਜਨਾਉਂਗਾ।